ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਾਡੇ ਨਾਲ ਤਮਾਮ ਦਰਸ਼ਕ ਕਿਸੇ ਵੀ ਮੁਲਕ ਤੋਂ ਜੁੜੇ ਨੇ। ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਹੁਣ ਬਰੈਂਪਟਨ, ਕੈਨੇਡਾ। ਉਹ ਇਸ ਕਰਕੇ ਕਿ ਕਿਸੇ ਵੀ ਮੁਲਕ ਤੋਂ ਜੁੜੇ ਨੇ, ਤਾਂ ਬਹੁਤ ਸਾਰੀਆਂ ਓਪਰਚੁਨਿਟੀਜ਼ ਤੁਹਾਡੇ ਲਈ ਨੇ, ਖਾਸਕਰ ਭਾਰਤੀ ਲੋਕਾਂ ਲਈ ਨਾਰਥ ਇੰਡੀਆ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਉੱਤਰਾਖੰਡ ਦੇ ਵਿੱਚ ਜਿੰਨੇ ਵੀ ਵਸਦੇ ਨਾਲ ਲੱਗਦੇ ਸੂਬੇ ਨੇ ਪੰਜਾਬ ਦੇ, ਉਹ ਤਾਂ ਇੱਥੇ ਟਰੈਵਲ ਕਰਕੇ ਆ ਹੀ ਜਾਂਦੇ ਨੇ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਬੈਠੇ ਹੋ, ਕਿਸੇ ਹੋਰ ਸੂਬੇ 'ਚ ਬੈਠੇ ਹੋ, ਦੂਰ ਦਰਾਡੇ ਬੈਠੇ ਹੋ, ਤਾਂ ਵੀ ਕੋਈ ਅਜਿਹੀ ਗੱਲ ਨਹੀਂ ਕਿ ਤੁਸੀਂ ਇਸ ਜਾਣਕਾਰੀ ਤੋਂ ਬਾਅਦ ਉਹਨੂੰ ਪ੍ਰੈਕਟੀਕਲ ਸ਼ੇਪ ਦੇ ਕੇ ਅਮਲੀ ਜਾਮਾ ਪਹਿਨਾ ਕੇ ਕੋਈ ਵੀਜ਼ਾ ਨਾ ਲੈ ਸਕੋ। ਸੋ ਸਾਡੇ ਨਾਲ ਬਰੈਂਪਟਨ ਤੋਂ ਅਮਨਦੀਪ ਮੌਜੀ ਜੁੜੇ ਹੋਏ ਨੇ। ਉਹਨਾਂ ਨੂੰ ਮੈਂ ਇਸ ਕਰਕੇ ਕਿਹਾ ਵਿਸ਼ਵ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜੇ ਹੋ ਤਾਂ ਨੰਬਰ ਫਲੈਸ਼ ਕੀਤਾ ਜਾ ਰਿਹਾ, ਡਾਇਰੈਕਟ ਤੁਸੀਂ ਬਰੈਂਪਟਨ ਦੇ ਨੰਬਰ ਜਾਂ ਇੰਡੀਆ ਦੇ ਨੰਬਰ ਤੇ ਕਾਲ ਕਰਕੇ ਆਪਣੀ ਅਪਾਇੰਟਮੈਂਟ, ਆਪਣੀ ਕਾਉਂਸਲਿੰਗ ਲਈ ਕੋਈ ਵੀ ਜਾਣਕਾਰੀ ਉਹ ਲੈ ਸਕਦੇ ਹੋ। ਟੌਪਿਕ ਇੰਪੋਰਟੈਂਟ ਹੋਣਗੇ, ਦੁਨੀਆ ਦੇ ਕਿਸੇ ਵੀ ਕੋਨੇ ਤੋਂ ਬੈਠੇ ਹੋ, ਤੁਹਾਡੇ 'ਚ ਸਕਿੱਲਡ ਹੈ, ਟਰੇਡ ਦੇ ਵਿਅਕਤੀ ਹੋ, ਕੋਈ ਐਕਸਪੀਰੀਅੰਸ ਹੈ, ਤਾਂ ਤੁਸੀਂ ਵਰਕ ਪਰਮਿਟ ਦੇ ਉੱਪਰ ਜਾਂ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਜਾ ਸਕਦੇ ਹੋ। ਕੁਛ ਬਹੁਤ ਸਾਰੀਆਂ ਖਬਰਾਂ ਕੈਨੇਡਾ ਲਈ ਜੋ ਇੰਪੋਰਟੈਂਟ ਨੇ, ਉਹ ਵਿਦੇਸ਼ੀ ਲੋਕਾਂ ਲਈ ਵੀ ਨੇ, ਜਿਹਦੇ ਵਿੱਚ RNIP ਦੀਆਂ ਨਵੀਆਂ ਅਪਡੇਟ, ਨਵੀਆਂ ਪਾਲਿਸੀਜ਼ ਔਰ ਨਿਊ ਸਟੂਡੈਂਟਸ ਜਿਹੜੇ ਉੱਥੇ ਗਏ ਨੇ ਜਾਂ ਪੁਰਾਣੇ ਨੇ ਜਿਹੜੇ ਹਾਲੇ ਵਰਕ ਕਰ ਰਹੇ ਨੇ ਸਟੱਡੀ ਦੇ ਨਾਲ-ਨਾਲ, ਉਹਨਾਂ ਵਾਸਤੇ ਨਵੀਆਂ ਅਨਾਉਂਸਮੈਂਟਸ ਜਿਹੜੀਆਂ ਹੋਈਆਂ ਨੇ। ਹੋਰ ਬੜੀਆਂ ਸਾਰੀਆਂ ਚੀਜ਼ਾਂ, ਜਿਵੇਂ ਕਿ ਕੇਅਰ ਗਿਵਰ ਪ੍ਰੋਗਰਾਮ ਹੈਗਾ, ਉਹਦੇ 'ਚ ਕੌਣ ਫਾਲ ਕਰਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਹਾਈ ਡਿਮਾਂਡਸ ਕੈਟਾਗਰੀਆਂ ਨੇ, IT ਸੈਕਟਰ ਹੋ ਗਿਆ, ਫੂਡ ਸੈਕਟਰ ਹੋ ਗਿਆ, ਟਰੱਕਿੰਗ ਦੇ ਡਰਾਈਵਰਸ ਹੋ ਗਏ, ਕਿਸੇ ਵੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਆਫਿਸ ਐਡਮਿਨ ਹੋ ਗਏ। ਸੋ ਤੁਸੀਂ ਕੈਨੇਡਾ ਪ੍ਰਤੀ 3-4 ਤਰ੍ਹਾਂ ਦੇ ਵੀਜ਼ੇ ਬਾਰੇ ਸਾਡੇ ਤੋਂ ਜਾਣੋਗੇ ਔਰ ਡਾਇਰੈਕਟਲੀ ਗੱਲ ਕਰਾਂਗੇ। ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹਿਣਾ ਹੈ ਕੈਨੇਡਾ ਵਾਸਤੇ। ਡਾਕਟਰ ਸਾਹਿਬ, ਸਵਾਗਤ ਹੈ ਜੀ। ਜੇ ਆਵਾਜ਼ ਸੁਣ ਪਾ ਰਹੀ ਹੈ ਤਾਂ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਸਤਿ ਮਚ। ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਆਉਣਾ ਜੀ ਅਨਾਉਂਸਮੈਂਟਸ ਦੇ ਉੱਪਰ। ਇਸ ਅਨਾਉਂਸਮੈਂਟਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ, ਜਿਹੜੀ 15 ਨਵੰਬਰ ਤੋਂ ਲਾਗੂ ਹੋਣ ਵਾਲੀ ਹੈ ਕਿ ਇੱਕ ਸਟੂਡੈਂਟਸ ਹੁਣ 20 ਘੰਟੇ ਤੋਂ ਵੱਧ ਕੰਮ ਕਰ ਸਕੇਗਾ? ਇਹਦਾ ਤਾਂ ਇੱਕੋ ਹੀ ਕਾਰਨ ਹੈਗਾ, ਲਾਈਕ ਇਟ ਇਜ਼ ਅ ਵੈਰੀ ਗੁੱਡ ਅਨਾਉਂਸਮੈਂਟ, ਤੇ ਚਲੋ ਬੱਚਿਆਂ ਲਈ ਬਹੁਤ ਵਧੀਆ ਹੋ ਗਿਆ। ਪਰ ਇਹਦਾ ਕਾਰਨ ਇਹੀ ਹੈ ਕਿ ਕੈਨੇਡਾ ਰਾਈਟ ਨਾਓ ਬਹੁਤ ਜ਼ਬਰਦਸਤ ਲੇਬਰ ਸ਼ਾਰਟੇਜ ਦੇ ਵਿੱਚੋਂ ਗੁਜ਼ਰ ਰਿਹਾ ਹੈ। ਉੱਥੇ ਜੀ। ਕੰਮ ਕਰਨ ਵਾਲੇ ਲੋਕਾਂ ਦੀ ਬਹੁਤ ਕਮੀ ਹੈ। ਤਾਂ ਕਰਕੇ ਸਟੂਡੈਂਟਸ ਨੂੰ ਇਹ ਰਾਈਟ ਦੇ ਦਿੱਤਾ ਗਿਆ ਹੈ ਕਿ ਜਿਹੜੀ ਥੋੜੀ ਤੇ ਰਿਸਟ੍ਰਿਕਸ਼ਨ ਹੁੰਦੀ ਸੀ ਕਿ ਆਫ ਦ ਕੈਂਪਸ 20 ਆਵਰਸ ਕੰਮ ਕਰਨ ਵਾਲੀ, ਉਹ ਚੱਕ ਦਿੱਤੀ ਗਈ ਹੂੰ, ਹੈ, ਤੇ ਸਟੂਡੈਂਟਸ ਕਿੰਨੇ ਵੀ ਘੰਟੇ ਕੰਮ ਕਰ ਸਕਦੇ, ਕਿੰਨੇ ਵੀ EMPLOYERS ਲਈ। ਸੋ ਦੇ ਆਰ ਕੰਫਰਟ। ਲੀਗਲੀ ਅਲਾਉਡ ਟੂ ਡੂ ਸੋ। 1 ਸਾਲ ਲਈ ਕੀਤਾ ਗਿਆ ਹੈ, ਟੈਂਪਰੇਰੀ ਪਾਲਿਸੀ ਹੈ। ਪਰ ਇਹਦੀ ਜਿਹੜੀ ਇੰਪੋਰਟੈਂਸ ਹੈ ਜ਼ਿਆਦਾ, ਉਹ ਇਹੀ ਹੈ ਕਿ ਵੀ ਚਲੋ ਇੱਕ ਤਾਂ ਚਲੋ ਸਟੂਡੈਂਟਸ ਲਈ ਚੰਗਾ ਹੋ ਗਿਆ, ਜੇ ਉਹਨਾਂ ਕੋਲ ਹੂੰ, ਫਾਲਤੂ ਐਕਸਟਰਾ ਜਿਹੜਾ ਉਹਨਾਂ ਦਾ ਟਾਈਮ ਹੈਗਾ, ਉਹਦੇ ਵਿੱਚ ਉਹ ਕੰਮ ਕਰ ਸਕਦੇ ਆ ਜ਼ਿਆਦਾ, ਜਿੰਨਾ ਉਹਨਾਂ ਨੂੰ ਪਹਿਲਾਂ ਅਲਾਉਡ ਸੀ ਉਹਦੇ ਨਾਲੋਂ। ਤੇ ਹੂੰ, ਸੈਕੰਡਲੀ ਇਹ ਗੱਲ ਇਸ ਚੀਜ਼ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਇਹ ਰਾਈਟ ਟਾਈਮ ਹੈਗਾ। ਜੇ ਵੀ ਤੁਸੀਂ ਆਪਣਾ, ਜਿੱਦਾਂ ਤੁਹਾਡੇ ਕੋਲ ਕੋਈ ਸਕਿੱਲ ਹੈ, ਤੁਸੀਂ ਕਿਸੇ ਕੈਨੇਡਾ ਲਈ ਕਿਸੇ ਤਰ੍ਹਾਂ ਦੇ ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਹੋ, ਤੇ ਤੁਸੀਂ ਹੁਣ ਜਾ ਕੇ ਆਪਣਾ ਵਰਕ ਪਰਮਿਟ ਲੈ ਸਕਦੇ ਹੋ, ਬਿਕੋਜ਼ ਇਟ ਇਜ਼ ਦਾ ਰਾਈਟ ਟਾਈਮ। ਹੂੰ। ਹੁਣ ਇਸ ਟਾਈਮ ਕੈਨੇਡਾ ਨੂੰ ਵਰਕਰਸ ਦੀ ਲੋੜ ਹੈ। ਸੋ ਤਾਂ ਕਰਕੇ ਇਹ ਰਾਈਟ ਟਾਈਮ ਹੈ ਟੂ ਅਪਲਾਈ। ਹਾਂਜੀ। ਮੈਂ ਥੋੜ੍ਹਾ ਜਿਹਾ ਲਿੰਕ ਕਰੂੰਗਾ ਕਿ ਕਈ ਵਾਰ ਕੀ ਹੁੰਦਾ ਸੀ ਕਿ ਕੈਨੇਡਾ 'ਚ ਸਟੂਡੈਂਟ ਪੜ੍ਹ ਰਿਹਾ ਹੈ, ਉਹ ਕਿਸੇ ਸਟਰੀਮ ਦੇ ਵਿੱਚ, ਕਿਸੇ ਖਾਸ ਪ੍ਰੋਵਿੰਸ ਦੇ ਵਿੱਚ, ਕਿਸੇ ਖਾਸ ਪ੍ਰੋਗਰਾਮ ਦੇ ਵਿੱਚ ਜੌਬ ਕਰਦਾ ਸੀ। ਤਾਂ ਇੱਕ ਸ਼ਰਤ ਲਿਖੀ ਹੁੰਦੀ ਸੀ ਕਿ ਇੰਨੇ ਘੰਟੇ ਦਾ ਜੇ ਵਰਕ ਐਕਸਪੀਰੀਅੰਸ ਹੈ, ਤੁਸੀਂ ਅਪਲਾਈ ਕਰ ਪਾਓਗੇ। ਹੁਣ ਫੋਰ ਐਗਜ਼ਾਮਪਲ ਉਹਨੂੰ ਸਾਲ ਦੇ ਵਿੱਚ 500 ਘੰਟਾ ਚਾਹੀਦਾ ਹੈ। ਚਲੋ ਜੋ ਵੀ ਕੈਲਕੂਲੇਸ਼ਨਸ ਆਪਾਂ ਕਰ ਰਹੇ ਹਾਂ, 1000 ਘੰਟਾ ਚਾਹੀਦਾ ਜੀ ਟੈਂਪਰੇਰੀ ਤੌਰ ਤੇ। ਅੱਜ ਉਹਨੂੰ ਖੁੱਲ੍ਹ ਮਿਲ ਗਈ ਹੈ। ਉਹ ਆਪਣੇ ਉਹ ਘੰਟੇ ਸਾਲ ਦੇ ਵਿੱਚ ਜਾਂ 6 ਮਹੀਨੇ 'ਚ ਪੂਰੇ ਕਰ ਲੈਂਦਾ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਕੰਮ ਸਿਰਫ ਵਰਕ ਫੋਰਸ ਨੂੰ ਦੇਖਦੇ ਹੋਏ ਕੀਤਾ ਗਿਆ ਹੈ, ਇਹਦਾ ਕੋਈ ਲਿੰਕ PR ਦੇ ਨਾਲ ਵੀ ਜੁੜੇਗਾ? ਨਹੀਂ, ਬਿਲਕੁਲ ਜੁੜੇਗਾ ਪੀਆਰ ਦੇ ਨਾਲ। ਜਿਹੜੇ ਕੋਈ ਪ੍ਰੋਗਰਾਮ ਹੈ ਜਿਹਦੀ ਇਹ ਰਿਕੁਆਇਰਮੈਂਟ ਹੈ ਕਿ ਇੰਨੇ ਘੰਟੇ ਤੁਸੀਂ ਕੰਮ ਕੀਤਾ ਜਾਵੇ, ਉਹ ਚੀਜ਼ ਲਈ ਇਹ ਜਿਹੜਾ ਵਰਕ ਐਕਸਪੀਰੀਅੰਸ ਹੈ ਉਹ ਕੰਸੀਡਰ ਹੋਏਗਾ। ਠੀਕ ਹੈ? ਇਹ ਸੋ ਫਾਇਦੇ ਵਾਲੀ ਦੈਟਸ ਚੀਜ਼ ਹੈ। ਵਾਈ। ਹਾਂਜੀ, ਹਾਂਜੀ। ਇਹਦੇ ਕਰਕੇ ਹੈ ਕਿ ਵੀ ਇੱਕ ਤਾਂ ਚਲੋ ਸਟੂਡੈਂਟਸ ਲਈ ਵੀ ਇਹ ਅੱਗੇ ਪਰਮਾਨੈਂਟਲੀ ਸੈਟਲ ਹੋਣ ਲਈ ਬਹੁਤ ਵਧੀਆ ਆਪਸ਼ਨ ਹੈਗੀ ਹੈ। ਤੇ ਦੂਜਾ ਹੈ ਕਿ ਚਲੋ ਜੇ ਆਪਣਾ ਐਕਸਟਰਾ ਟਾਈਮ ਹੈ, ਉਹਦੇ 'ਚ ਸਟੂਡੈਂਟ ਕੰਮ ਕਰਕੇ ਪੈਸੇ ਕਮਾ ਸਕਦੇ, ਆਪਣੇ ਨੈਕਸਟ ਹੂੰ, ਸਮੈਸਟਰ ਦੀ ਫੀ ਦੇ ਸਕਦੇ। ਬਟ ਇਹਦੇ ਹੂੰ, ਨਾਲ-ਨਾਲ ਉਹਨਾਂ ਨੇ ਜਿੱਦਾਂ ਇਮੀਗ੍ਰੇਸ਼ਨ ਮਿਨਿਸਟਰ ਨੇ ਇੱਕ ਹੋਰ ਵੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਵੀ ਆਰ ਗਿਵਿੰਗ ਪਾਵਰ ਟੂ CBSE ਆਫਿਸਰਸ, ਕਿ ਉਹ ਜਾ ਕੇ ਚੈੱਕ ਕਰ ਸਕਦੇ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਉਹ ਆਪਣੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਨਾਲ ਕੰਪਲਾਈ ਕਰ ਰਹੇ ਕਿ ਨਹੀਂ। ਠੀਕ ਹੂੰ, ਹੈ? ਉਹ ਇਹਦੇ 'ਚ ਕਰਕੇ ਬੱਚਿਆਂ ਨੇ ਮਤਲਬ ਆਪਣੇ ਆਪ ਨੂੰ ਪੜ੍ਹਾਈ ਵਿੱਚ ਐਨਰੋਲ ਤਾਂ ਰੱਖਣਾ ਹੈ। ਇਹ ਨਹੀਂ ਹੈ ਕਿ ਵੀ ਤੁਸੀਂ ਕਲਾਸਿਸ ਨਹੀਂ ਲਗਾ ਰਹੇ, ਟੋਟਲੀ ਛੱਡ ਕੇ ਹੁਣ ਕੰਮ ਵੱਲ ਹੀ ਹੋ ਜਾਓ, ਜਾਂ ਫਿਰ ਆਪਣੀ ਪੜ੍ਹਾਈ ਵੱਲ ਧਿਆਨ ਹੀ ਨਾ ਦਿਓ, ਕਿਉਂਕਿ PGWP ਤਾਂ ਉਦਾਂ ਹੀ ਮਿਲੇਗਾ। ਜੇ ਤੁਸੀਂ ਆਪਣੀ ਪੜ੍ਹਾਈ ਪੂਰੀ ਕਰੋਗੇ, ਪੂਰੇ ਟਾਈਮ ਤੇ ਪੂਰੀ ਕਰੋਗੇ, ਤਾਂ ਕਰਕੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ, ਤੇ ਉਹ ਤੋਂ ਬਾਅਦ ਅੱਗੇ ਸਾਰਾ
ਤੁਹਾਡਾ ਪਰਮਾਨੈਂਟ ਰੈਜ਼ੀਡੈਂਸ ਵਾਲਾ ਸਿਸਟਮ ਚੱਲਣਾ ਹੈ। ਤਾਂ ਕਰਕੇ ਹੈ ਕਿ ਵੀ ਚਲੋ ਜਿੰਨੀ ਤੁਹਾਡੇ ਕਾਲਜ ਕਲਾਸਾਂ ਲਾਉਣ ਤੋਂ ਬਾਅਦ ਤੁਹਾਡੇ ਕੋਲ ਐਕਸਟਰਾ ਟਾਈਮ ਹੈ, ਉਹ ਸਾਰਾ ਤੁਸੀਂ ਕੰਮ ਕਰ ਸਕਦੇ ਹੋ, ਡਿਪੈਂਡਿੰਗ ਔਨ ਯੂਰ ਕੈਪੇਬਿਲਿਟੀ। ਜਿੰਨਾ ਤੁਸੀਂ ਕਰ ਸਕਦੇ ਹੋ ਕਰੋ, ਐਂਡ ਇਟ ਇਜ਼ ਅ ਗੋਲਡਨ ਓਪਰਚੁਨਿਟੀ ਟੂ ਅਰਨ ਮਨੀ ਐਜ਼ ਵੈਲ, ਟੂ ਸੇਵ ਮਨੀ ਫॉर ਯੂਰ ਨੈਕਸਟ ਸਮੈਸਟਰ ਫੀ। ਸੋ ਮੈਨੂੰ ਲੱਗਦਾ ਹੈ ਕਿ ਬੱਚਿਆਂ ਲਈ ਬਹੁਤ ਵਧੀਆ ਇਹ ਅਨਾਉਂਸਮੈਂਟ ਆਈ ਹੈਗੀ। ਜੀ। ਹੁਣ ਆਪਾਂ ਤੁਰਦੇ ਹਾਂ RNIP ਪ੍ਰੋਗਰਾਮ ਪੰਜਾਬ ਦੇ ਵਿੱਚ ਬੜਾ ਫੇਮਸ ਹੋ ਰਿਹਾ, ਰੀਜਨਲ ਐਂਡ ਨਰਦਰਨਸ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ। ਇਹਨੂੰ ਮੇਰੇ ਖਿਆਲ ਕੁਛ ਟਾਈਮ ਲਈ ਐਕਸਟੈਂਡ ਕੀਤਾ ਗਿਆ, ਕੁਛ ਖਾਸ ਕੈਟਾਗਰੀਆਂ ਐਕਸਟੈਂਡ ਕੀਤੀਆਂ ਗਈਆਂ 29 ਸੈਪਟੈਂਬਰ ਜਾਂ ਅਗਸਤ ਨੂੰ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ। ਤਾਂ ਇੱਕ ਤਾਂ RNP ਪ੍ਰੋਗਰਾਮ ਬਾਰੇ ਦੱਸ ਦਿਓ, ਇਹਦੇ 'ਚ ਕੌਣ-ਕੌਣ ਫਿੱਟ ਹੁੰਦੇ ਨੇ ਤੇ ਇਹ PNP ਨਾਲੋਂ ਡਿਫਰੈਂਟ ਕਿਵੇਂ ਹੈਗਾ? ਕਿ ਇਹਦੇ ਵਿੱਚ ਜਦੋਂ ਅਸੀਂ ਕਹਿੰਦੇ ਕਿ ਲੋਕ ਪੱਕੇ ਤੌਰ ਤੇ ਜਾਣਗੇ, ਪੱਕੇ ਦਾ ਮਤਲਬ ਕੀ ਹੈਗਾ? ਕਿ ਇੱਥੋਂ ਗਿਆ ਵਿਅਕਤੀ ਉੱਥੇ ਪੱਕਾ ਉਤਰਿਆ, ਉਹਦੇ ਪੱਕੇ ਵਾਲੇ ਰਾਈਟਸ ਨੇ ਜਾਂ ਉਹਨੂੰ ਕੁਛ ਟਾਈਮ ਕੰਮ ਕਰਨ ਤੋਂ ਬਾਅਦ ਹੀ ਕੋਈ ਫੈਡਰਲ ਵੱਲੋਂ ਕੁਛ ਖਾਸ ਇੰਸਟਰਕਸ਼ਨਸ ਹੋਣੀਆਂ? ਕੀ ਹੈਗਾ RNP ਪ੍ਰੋਗਰਾਮ? RNIP ਜਿੱਦਾਂ ਤੁਸੀਂ ਦੱਸਿਆ ਰੂਰਲ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ। PNP ਨਾਲੋਂ ਡਿਫਰੈਂਟ ਇਹ ਇੱਦਾਂ ਹੈ ਕਿ ਵੀ ਚਲੋ PNP ਹੈ ਉਹ ਇੱਕ ਪ੍ਰੋਵਿੰਸ ਦਾ ਪ੍ਰੋਗਰਾਮ ਹੁੰਦਾ ਹੈ। ਠੀਕ ਹੈ, ਸਪੋਜ਼ਿੰਗ ਐਲਬਰਟਾ ਦਾ ਪ੍ਰੋਗਰਾਮ ਹੈ, ਸਸਕੈਚੁਅਨ ਦਾ ਪ੍ਰੋਗਰਾਮ ਹੈ। ਸੋ ਉਹਦੇ 'ਚ ਕਿਧਰੇ ਵੀ ਮਤਲਬ ਐਲਬਰਟਾ ਜਾਂ ਸਸਕੈਚੁਅਨ ਜਾਂ ਕਿਸੇ ਵੀ ਪ੍ਰੋਵਿੰਸ ਦਾ ਕੋਈ ਵੀ EMPLOYER ਜਿਹੜਾ ਉਸ ਪ੍ਰੋਵਿੰਸ 'ਚ ਰਹਿੰਦਾ ਹੈ ਐਨੀਵੇਅਰ, ਉਹ ਤੁਹਾਨੂੰ ਜੌਬ ਆਫਰ ਦੇ ਸਕਦਾ ਹੈ। ਤੇ ਤੁਸੀਂ ਉਹ ਜੌਬ ਆਫਰ ਤੇ ਉੱਥੇ ਇੰਡੀਆ ਤੋਂ ਜਾਂ ਆਪਣੇ ਹੋਮ ਕੰਟਰੀ ਤੋਂ ਰੀਲੋਕੇਟ ਕਰ ਸਕਦੇ ਹੋ। ਤੇ ਦੈਨ ਇਟ ਲੀਡਸ ਟੂ ਪਰਮਾਨੈਂਟ ਰੈਜ਼ੀਡੈਂਸ, ਉਹ ਸਾਰਾ ਸਿਸਟਮ ਹੈ। ਬਟ ਜਿਹੜਾ ਰੂਰਲ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਇਹ ਰੂਰਲ ਏਰੀਆ ਦਾ ਜਾਂ ਕੈਨੇਡਾ ਦੀ ਇਦਾਂ ਦੀ ਕਮਿਊਨਿਟੀਜ਼ ਦਾ ਪ੍ਰੋਗਰਾਮ ਹੈ ਜਿਹੜੀਆਂ ਛੋਟੀਆਂ ਨੇ ਜਿੱਥੇ ਲੋਕ ਰਹਿਣ ਵਾਲੇ ਘੱਟ ਨੇ। ਇਹਦੇ 'ਚ ਕੁਝ ਹੀ ਪਾਰਟਿਸਿਪੇਟਿੰਗ ਕਮਿਊਨਿਟੀਜ਼ ਨੇ, ਜਿੱਦਾਂ ਆਪਾਂ ਜੇ ਓਨਟਾਰੀਓ ਦੀ ਗੱਲ ਕਰ ਲਈਏ ਤਾਂ ਟਿਮਿਨਸ, ਨਾਰਥ ਵੇ, ਥੰਡਰ ਵੇ, ਸੁਸੈਂਟ ਮੈਰੀ। ਸੋ ਇਦਾਂ ਦੀਆਂ 4-5 ਕਮਿਊਨਿਟੀਜ਼ ਨੇ ਜਿਹੜੀਆਂ ਓਨਟਾਰੀਓ ਵਿੱਚ ਰੂਰਲ ਨਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦਾ ਹਿੱਸਾ ਨੇ। ਉਹਦੇ ਹੀ ਸਸਕੈਚੁਅਨ 'ਚ ਤੇ ਹਰੇਕ ਲੂਟਰਾ ਹਰੇਕ ਜਿਹੜਾ ਮੈਨੀਟੋਬਾ ਵਿੱਚ ਵੀ ਹੈ। ਸੋ ਹਰੇਕ ਹੂੰ, ਪ੍ਰੋਵਿੰਸ ਦਾ ਇੱਕ ਕੋਈ ਪਾਰਟ, ਇੱਕ ਕਮਿਊਨਿਟੀ ਨੂੰ ਚੂਜ਼ ਕਰਕੇ ਉੱਥੇ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪਾਇਲਟ ਪ੍ਰੋਗਰਾਮ ਹੈ, 2024 ਤੱਕ ਚੱਲਦਾ ਰਹੇਗਾ। ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਜੇ ਤੁਸੀਂ ਸੋਚੋ ਫॉर ਪਰਮਾਨੈਂਟ ਰੈਜ਼ੀਡੈਂਸ ਐਂਡ ਐਵਰੀਥਿੰਗ। ਤੇ ਪਰ ਇਹਦੇ 'ਚ ਜਿਹੜੀ ਫਰਕ ਹੈਗਾ ਉਹੀ ਹੈ, ਜਿਹੜਾ ਲੋਕਾਂ ਨੂੰ ਸ਼ਾਇਦ ਇੰਡੀਆ 'ਚ ਨਹੀਂ ਪਤਾ, ਕਿ ਇੱਕ ਤਾਂ ਇਹ ਨਹੀਂ ਹੈ ਕਿ ਵੀ ਤੁਸੀਂ ਕਿਸੇ ਵੀ ਪ੍ਰੋਫੈਸ਼ਨ 'ਚੋਂ ਤੇ ਤੁਸੀਂ ਕੁਆਲੀਫਾਈ ਕਰ ਜਾਓਗੇ। ਕਿਉਂਕਿ ਹਰੇਕ ਕਮਿਊਨਿਟੀ ਨੂੰ ਉਹਨਾਂ ਦੀ ਆਪਣੀ ਲਿਸਟ ਦਿੱਤੀ ਗਈ ਹੈ ਆਫ ਆਕੂਪੇਸ਼ਨ ਇਨ ਡਿਮਾਂਡ, ਕਿ ਇਹ ਤੁਸੀਂ ਆਕੂਪੇਸ਼ਨਸ ਵਾਲੇ ਲੋਕਾਂ ਨੂੰ ਬੁਲਾਣਾ ਹੈ। ਤੇ ਹਰੇਕ EMPLOYER ਨੂੰ ਵੀ ਦੱਸਿਆ ਗਿਆ ਕਿ ਵੀ ਤੁਸੀਂ ਇੰਨੇ ਬੰਦੇ ਬੁਲਾ ਸਕਦੇ ਹੋ। ਉਹ ਤੋਂ ਬਾਅਦ ਹੂੰ, ਜਦੋਂ ਤੁਸੀਂ ਅਪਲਾਈ ਕਰ ਦਿੰਦੇ ਹੋ, ਉਹ ਤੋਂ ਬਾਅਦ ਹਰੇਕ ਕਮਿਊਨਿਟੀ ਦੀ ਉਹ ਤੋਂ ਬਾਅਦ ਉਹਨਾਂ ਦੀ ਆਪਣੀਆਂ ਕੁਛ ਜਿਹੜੇ ਉਹਨਾਂ ਦੇ ਮਤਲਬ ਕ੍ਰਾਈਟੇਰੀਆ ਨੇ ਜਿਨ੍ਹਾਂ ਦੇ ਹਿਸਾਬ ਨਾਲ ਤੁਹਾਡੀ ਐਪਲੀਕੇਸ਼ਨ ਅਸੈਸ ਕਰਦੇ ਹੈ ਕਿ ਤੁਹਾਡੀ ਐਜੂਕੇਸ਼ਨ ਚਲੋ ਠੀਕ ਹੈਗੀ ਹੈ, ਵਰਕ ਐਕਸਪੀਰੀਅੰਸ ਨੂੰ ਵੀ ਦੇਖਿਆ ਜਾਂਦਾ ਹੈ। ਉਹ ਤੋਂ ਬਾਅਦ ਤੁਹਾਡੀ ਇੰਗਲਿਸ਼ ਲੈਂਗੁਏਜ ਦੀ ਕੈਪੇਬਿਲਿਟੀ ਨੂੰ ਦੇਖਿਆ ਜਾਂਦਾ ਹੈ। ਇਹ ਗੱਲ ਮੈਂ ਬਹੁਤ ਤੁਹਾਨੂੰ ਦੱਸ ਦੇਵਾਂ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਕੁਐਰੀਜ਼ ਆਉਂਦੀਆਂ ਨੇ ਤੇ ਮੈਂ ਅਨਫੋਰਚੂਨੇਟਲੀ ਇੰਡੀਆ ਵਿੱਚ ਐਡਵਰਟਾਈਜ਼ਮੈਂਟਸ ਵੀ ਦੇਖੀਆਂ, ਨਿਊਜ਼ਪੇਪਰਸ ਵਿੱਚ, ਪੈਂਫਲੇਟਸ, ਕਿ ਵਿਦਆਊਟ ਆਇਲਸ RNIP ਪ੍ਰੋਗਰਾਮ। ਏਦਾਂ ਦਾ ਕੁਝ ਨਹੀਂ ਹੈਗਾ। ਆਇਲਸ ਦੀ ਰਿਕੁਆਇਰਮੈਂਟ ਹੈਗੀ। ਆਇਲਸ ਦੀ ਰਿਕੁਆਇਰਮੈਂਟ ਡਿਪੈਂਡ ਕਰਦੀ ਹੈ ਕਮਿਊਨਿਟੀ ਟੂ ਕਮਿਊਨਿਟੀ। ਉਹਨਾਂ ਦਾ ਮਤਲਬ ਉਹਨਾਂ ਦਾ ਕਿੰਨਾ ਮੌਕੇ ਦੇ ਪੁਆਇੰਟ ਮੁਤਾਬਿਕ। ਕ੍ਰਾਈਟੇਰੀਆ ਕਿਵੇਂ ਹੈ। ਹਰੇਕ ਕਮਿਊਨਿਟੀ ਦਾ ਆਪਣਾ ਪੁਆਇੰਟ ਕ੍ਰਾਈਟੇਰੀਆ ਹੈ। ਉਹ ਤੋਂ ਹੂੰ, ਬਾਅਦ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਵੀ ਜਦੋਂ ਬੰਦਾ ਇੰਡੀਆ ਤੋਂ ਆਏਗਾ ਉਹ PR ਹੀ ਉਤਰੇਗਾ। ਏਦਾਂ ਹੈ ਕਿ ਵੀ ਜਿਹੜੀ ਕਮਿਊਨਿਟੀ ਹੈ ਉਹ ਪਹਿਲਾਂ ਤੁਹਾਨੂੰ ਨੋਮੀਨੇਟ ਕਰਦੀ ਹੈ। ਉਹ ਤੁਹਾਨੂੰ ਨੋਮੀਨੇਟ ਕਰਕੇ ਫੈਡਰਲ ਗਵਰਨਮੈਂਟ ਨੂੰ ਕਹਿੰਦੀ ਹੈ ਕਿ ਓਕੇ ਇਸ ਬੰਦੇ ਨੂੰ ਪਰਮਾਨੈਂਟ ਰੈਜ਼ੀਡੈਂਸ ਦੇ ਦਿੱਤੀ ਜਾਵੇ। ਠੀਕ ਹੈ। ਤੇ ਉਹਦੇ 'ਚ ਜਦੋਂ ਫਿਰ ਤੁਹਾਨੂੰ ਨੋਮੀਨੇਸ਼ਨ ਮਿਲਦੀ ਹੈ ਉਹਦੇ ਨਾਲ ਤੁਹਾਡੀ ਵਰਕ ਪਰਮਿਟ ਤੇ PR ਦੀ ਫਾਈਲ ਇਕੱਠੀ ਲੱਗਦੀ ਹੈ। ਸੋ ਜੇ ਤੁਹਾਡਾ ਵਰਕ ਪਰਮਿਟ ਪਹਿਲਾਂ ਆ ਗਿਆ ਦੈਨ ਯੂ ਨੀਡ ਟੂ ਕਮ ਟੂ ਕੈਨੇਡਾ ਐਂਡ ਸਟਾਰਟ ਵਰਕਿੰਗ ਫॉर ਯੂਰ EMPLOYER। ਤੇ ਹੂੰ, ਉਹਦੇ ਨਾਲ ਤੁਹਾਡੀ PR ਦੀ ਫਾਈਲ ਚੱਲਦੀ ਰਹਿੰਦੀ ਹੈ। ਹਾਂ, PR ਤੁਹਾਡੀ ਹੋ ਜਾਣੀ ਹੈ, ਬਟ ਯੂ ਵਿਲ ਹੈਵ ਟੂ ਕਮ ਟੂ ਕੈਨੇਡਾ ਔਨ ਵਰਕ ਪਰਮਿਟ। ਤੇ ਉਹ ਤੋਂ ਬਾਅਦ ਜਿਹੜੀਆਂ ਇੱਕ ਇਹਦੇ 'ਚ ਕਲੌਜ਼ ਸੈਟਲਮੈਂਟ ਫੰਡਸ ਦਾ ਵੀ ਹੈ। ਜੇ ਜਿੱਦਾਂ ਤੁਸੀਂ ਆਪਣੀ ਫੈਮਿਲੀ ਨਾਲ ਆ ਰਹੇ ਹੋ ਦੈਨ ਤੁਹਾਨੂੰ ਕੁਝ ਪੈਸੇ ਸ਼ੋ ਕਰਨੇ ਪੈਣਗੇ ਕਿ ਮੇਰੇ ਕੋਲ ਹੈਗੇ ਹੈ ਆਪਣੀ ਫੈਮਿਲੀ ਨਾਲ ਕੈਨੇਡਾ ਵਿੱਚ ਆਪਣੀ ਫੈਮਿਲੀ ਨੂੰ ਸਟਾਰਟਿੰਗ ਵਿੱਚ ਸਰਵਾਈਵ ਕਰਾਉਣ ਲਈ। ਸੋ ਉਹ ਹੂੰ, ਤੋਂ ਬਾਅਦ ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਜਿਨ੍ਹਾਂ 'ਚ ਇੱਕ ਕਲੌਜ਼ ਹੈਗਾ ਕਿ ਵੀ ਤੁਸੀਂ ਉਹ ਕਮਿਊਨਿਟੀ 'ਚ ਰਹਿਣਾ ਹੈ, ਕਿੰਨੀ ਦੇਰ ਰਹਿਣਾ ਹੈ, ਕਿਉਂਕਿ ਜਦ ਤੱਕ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਉਹ ਕਮਿਊਨਿਟੀ 'ਚ ਰਹਿਣਾ ਪਏਗਾ। ਇਹਦਾ ਹੂੰ। ਕਾਰਨ ਹੈਗਾ ਹੈ ਕਿ ਯੂ ਵਿਲ ਹੈਵ ਟੂ ਵਰਕ ਫॉर ਦ EMPLOYER ਜਿਨ੍ਹਾਂ ਨੇ ਤੁਹਾਨੂੰ ਨੋਮੀਨੇਟ ਕਰਵਾਇਆ। ਫੋਰ ਔਰ ਉਸ ਐਗਜ਼ਾਮਪਲ ਤੋਂ ਬਾਅਦ ਜਦੋਂ PR, ਹਾਂਜੀ? ਇੱਥੋਂ ਹੀ ਵਿਅਕਤੀ PR ਚਲੇ ਜਾਂਦਾ ਹੈ, ਵਰਕ ਤੇ ਨਹੀਂ ਜਾਂਦਾ ਜਾਂ PR ਉਹਦੀ ਆ ਜਾਂਦੀ ਹੈ, ਤਾਂ ਵੀ ਉਹਨੂੰ ਆਪਣੇ EMPLOYER ਨਾਲ ਕੰਮ ਕਰਨਾ ਪਏਗਾ ਜਾਂ ਉਹ ਕਿਸੇ ਹੋਰ EMPLOYER ਕੋਲ ਸ਼ਿਫਟ ਕਰ ਸਕਦਾ?
ਦੇਖੋ ਜੀ, ਜੇ ਆਪਾਂ ਗੱਲ ਕਰੀਏ 2 ਤਰੀਕੇ ਦੀਆਂ ਗੱਲਾਂ ਨੇ, ਇੱਕ ਤਾਂ ਚਲੋ ਜੈਨੂਇਨਲੀ ਹੋ ਗਿਆ, ਜੈਨੂਇਨਲੀ ਤੇ ਚਲੋ ਵੀ ਕੰਮ ਕਰਨਾ ਚਾਹੀਦਾ ਹੈ। ਜੇ ਆਪਾਂ ਦੇਖੀਏ ਜਾਏ ਕਿ ਵੀ ਜਿੱਦਾਂ ਜਿਹੜਾ ਕੈਨੇਡਾ ਦਾ ਲਾਅ ਹੈਗਾ, ਉਹ ਕੀ ਤੁਹਾਨੂੰ ਕਿੱਦਾਂ ਦੀਆਂ ਸਹੂਲਤਾਂ ਦਿੰਦਾ ਹੈ, ਤਾਂ ਉਹਦੇ 'ਚ ਇੱਕ ਰਾਈਟ ਟੂ ਮੋਬਿਲਿਟੀ ਹੈਗਾ ਕੈਨੇਡਾ 'ਚ, ਤੇ ਜਦੋਂ ਤੁਸੀਂ ਕੋਈ ਵੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਸਿਟੀਜ਼ਨ ਹੈ, ਉਹ ਕੈਨੇਡਾ ਦੇ ਕਿਸੇ ਵੀ ਪਾਰਟ ਵਿੱਚ ਰਹਿ ਸਕਦਾ ਹੈ ਤੇ ਉਹਨੂੰ ਕੋਈ ਨਹੀਂ ਰੋਕ ਸਕਦਾ। ਸੋ ਇਹ ਤਾਂ ਮਤਲਬ ਥਿਸ ਇਜ਼ ਹਾਊ ਪੀਪਲ ਹੈਵ ਬੀਨ ਡੂਇੰਗ, ਬਟ ਜੈਨੂਇਨਲੀ ਹੈ ਕਿ ਵੀ ਚਲੋ ਐਮਪਲੋਇਰ ਲਈ ਕੰਮ ਕਰਨਾ ਚਾਹੀਦਾ ਤੁਹਾਨੂੰ। ਬੇਸਿਕਲੀ ਤਾਂ ਇਹ ਐਂਡ ਪ੍ਰੋਗਰਾਮ ਇਸ ਕਰਕੇ ਚਲਾਇਆ ਹੈ ਕਿ ਜਿਹੜੇ ਲੋਕ ਉਹਨਾਂ ਹਿੱਸਿਆਂ 'ਚ ਬੈਠੇ ਨੇ, ਉਹਨਾਂ ਕੋਲ ਵਰਕਰ ਦੀ ਕਮੀ ਹੈ। ਅਸਲ ਤਰੀਕਾ ਤਾਂ ਹਿਊਮੈਨਿਟੀ ਤਾਂ ਇਹੀ ਕਹਿੰਦੀ ਹੈ ਕਿ ਜੇ ਤੁਹਾਨੂੰ ਉਹਨਾਂ ਨੇ ਲੈਟਰ ਵੀ ਦਿੱਤੀ, ਤੁਸੀਂ ਪੱਕੇ ਵੀ ਹੋ ਗਏ, ਤਾਂ ਉਹਨਾਂ ਦਾ ਤੁਸੀਂ ਘੱਟੋ-ਘੱਟੀ ਬਿਜ਼ਨਸ ਸਪੋਰਟ ਤਾਂ ਕਰੋ ਕੰਮ ਕਰਕੇ ਉਹਨਾਂ ਨੂੰ। ਹਾਂਜੀ, ਬਿਜ਼ਨਸ ਸਪੋਰਟ ਕਰੋ ਤੇ ਉਹ ਤੋਂ ਬਾਅਦ ਚਲੋ ਬਾਅਦ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਕਿ ਜਿਹੜਾ ਰਾਈਟ ਟੂ ਮੋਬਿਲਿਟੀ ਹੈਗਾ ਕੈਨੇਡਾ ਦੇ ਵਿੱਚ। ਤੇ ਉਹ ਤੋਂ ਬਾਅਦ ਇੱਕ ਹੋਰ ਗੱਲ ਹੈ ਕਿ ਜਿੱਦਾਂ ਮੈਨੂੰ ਵੀ ਕੁਐਰੀਜ਼ ਆਉਂਦੀਆਂ ਨੇ ਜਾਂ ਮੈਂ ਲੋਕ ਜਿਹੜੀ ਮੇਰੇ ਨਾਲ ਡਾਇਰੈਕਟ ਗੱਲਬਾਤ ਕਰਦੇ ਆ, ਮੈਨੂੰ ਫ਼ੋਨ ਕਰਦੇ ਐਵਰੀਬਾਡੀ ਵਾਂਟਸ ਟੂ ਗੋ ਟੂ ਈਦਰ ਬਰੈਂਪਟਨ ਔਰ ਸਰੀ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਉੱਥੇ ਬੈਠੇ ਆ। ਬਟ ਹੂੰ, ਜਿਹੜੀਆਂ ਇਹ ਰੂਰਲ ਕਮਿਊਨਿਟੀਜ਼ ਨੇ ਦੇ ਹੈਵ ਸੋ ਮਚ ਟੂ ਆਫਰ। ਠੀਕ ਹੈ, ਹੂੰ, ਉੱਥੇ ਤੁਹਾਡੇ ਲਈ ਤੁਹਾਨੂੰ ਆਪਣੀ ਲਾਈਫ ਜਦੋਂ ਨਵੇਂ ਕੰਟਰੀ 'ਚ ਜਾ ਕੇ ਸਟਾਰਟ ਕਰਨੀ ਹੈ, ਉਹਦੇ ਲਈ ਉਹ ਬਹੁਤ ਹੂੰ, ਵਧੀਆ ਆਪਸ਼ਨ ਹੈ। ਜਿੱਦਾਂ ਮੈਂ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਐਨਕਰੇਜ ਕਰਦੀ ਹਾਂ ਕਿ ਵੀ ਜੇ ਤੁਸੀਂ ਇਹ ਪ੍ਰੋਗਰਾਮ ਲਈ ਕੁਆਲੀਫਾਈ ਕਰਦੇ ਹੋ ਤੇ ਜਾ ਕੇ ਉਹਨਾਂ ਕਮਿਊਨਿਟੀਜ਼ ਵਿੱਚ ਵਸੋ। ਉਹੋ ਜਿਹਾ ਕੁਛ ਵੀ ਨਹੀਂ ਹੈਗਾ, ਉਹ ਵੀ ਕੈਨੇਡਾ ਹੈ, ਉੱਥੇ ਵੀ ਸਾਰੀਆਂ ਫੈਸਿਲਿਟੀਜ਼ ਨੇ। ਉੱਥੇ ਸਿਰਫ ਲੋਕ ਘੱਟ ਨੇ, ਪਾਪੂਲੇਸ਼ਨ ਘੱਟ ਹੈ, ਜੇ ਪਾਪੂਲੇਸ਼ਨ ਘੱਟ ਹੈ ਤਾਂ ਗਰੋਥ ਦੇ ਚਾਂसेस ਜ਼ਿਆਦਾ ਹੈ। ਠੀਕ ਹੈ, ਉੱਥੇ ਹੂੰ, ਤੁਹਾਨੂੰ ਘਰ ਵੀ ਸਸਤਾ ਮਿਲ ਜਾਣਾ, ਤੁਹਾਡਾ ਕੰਮ ਵੀ ਵਧੀਆ ਚੱਲ ਜਾਣਾ ਤੇ ਅੱਗੇ ਲਈ ਤੁਹਾਡੇ ਕੋਲ ਸਾਰੀਆਂ ਓਪਰਚੁਨਿਟੀਜ਼ ਬੈਟਰ ਨੇ ਦੈਨ ਗੋਇੰਗ ਟੂ ਓਵਰਲੀ ਪੋਪੂਲੇਟਿਡ ਸਿਟੀ ਜਿੱਦਾਂ ਬਰੈਂਪਟਨ ਹੋ ਗਿਆ, ਕੈਲਗਰੀ, ਸਰੀ, ਆਪਣੇ ਬੰਦਿਆਂ ਦੇ ਤਿੰਨ ਹੀ ਹੈਗੇ ਮੇਨ ਡੈਸਟੀਨੇਸ਼ਨ, ਜਿਹਦੇ ਨਾਲ ਵੀ ਗੱਲ ਕਰੋ ਉਹਨੇ ਇਹਨਾਂ ਚੋਂ ਇੱਕ ਸ਼ਹਿਰ 'ਚ ਹੀ ਜਾਣਾ। ਸੋ ਮੈਂ ਹੂੰ। ਐਨਕਰੇਜ ਕਰਦੀ ਹਾਂ ਲੋਕਾਂ ਨੂੰ, ਮੈਂ ਜਾ ਕੇ ਦੇਖਿਆ ਇਹੋ ਜਿਹਾ ਕੁਛ ਨਹੀਂ ਹੈਗਾ। ਇਹ ਰੂਰਲ ਕਮਿਊਨਿਟੀਜ਼ ਦੇ ਆਰ ਵੈਰੀ ਗੁੱਡ ਏਰੀਆਜ਼ ਟੂ ਸੈਟਲ ਇਨ, ਤੇ ਤੁਸੀਂ ਆਰਾਮ ਨਾਲ ਜਾ ਕੇ ਉੱਥੇ ਆਪਣੀ ਨਵੀਂ ਲਾਈਫ ਸ਼ੁਰੂ ਕਰ ਸਕਦੇ ਹੋ। ਜੀ। ਅ, ਆਰ-ਐਨ-ਪੀ ਦੇ ਵਿੱਚ ਜੌਬ ਤੁਹਾਨੂੰ ਮਿਲ ਜਾਂਦੀ ਹੈ, ਤੁਸੀਂ ਅਪਲਾਈ ਤੁਸੀਂ ਕਰ ਦਿੰਦੇ ਹੋ। ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਅਕਸਰ ਸਾਨੂੰ ਦੇਸ ਪ੍ਰਦੇਸ ਤੇ ਪੁੱਛਿਆ ਜਾਂਦਾ ਹੈ, ਕੀ ਆਰ-ਐਨ-ਆਈ-ਪੀ ਡਰਾਅ ਸਿਸਟਮ ਹੈ, ਜੌਬ ਮਿਲ ਗਈ ਕਿ ਮੇਕ ਸ਼ੋਰ ਹੈ ਪੀਆਰ ਆਉਣੀ ਆਉਣੀ? ਨਹੀਂ ਦੇਖੋ, ਜਦੋਂ ਤੁਹਾਨੂੰ ਜੌਬ ਮਿਲ ਗਈ, ਉਹ ਤੋਂ ਬਾਅਦ ਜਿੱਦਾਂ ਕਮਿਊਨਿਟੀ ਹਰੇਕ ਕਮਿਊਨਿਟੀ ਦੀ ਆਪਣਾ ਇੱਕ ਸਿਲੈਕਸ਼ਨ ਕਮੇਟੀ ਹੈ। ਉਹਨਾਂ ਨੇ ਤੁਹਾਡੀ ਐਪਲੀਕੇਸ਼ਨ ਨੂੰ ਅਸੈਸ ਕਰਨਾ ਹੈ। ਉਹ ਤੋਂ ਬਾਅਦ ਉਹ ਤੁਹਾਡੀ ਇੰਟਰਵਿਊ ਵੀ ਲੈਂਦੇ ਆ ਸਕਾਈਪ ਤੇ। ਉਹ ਇੰਟਰਵਿਊ ਕਰਕੇ ਉਹ ਤੋਂ ਬਾਅਦ ਤੁਹਾਨੂੰ ਨੋਮੀਨੇਟ ਕਰਦੇ ਆ। ਸੋ ਏਦਾਂ ਹੂੰ, ਨਹੀਂ ਡਿਪੈਂਡਿੰਗ ਔਨ ਵੀ ਤੁਸੀਂ ਕਿਹੜੀ ਜੌਬ ਤੇ ਜਾ ਰਹੇ ਹੋ, ਉਸ ਹਿਸਾਬ ਨਾਲ ਤੁਹਾਨੂੰ ਅਸੈਸ ਕੀਤਾ ਜਾਊਗਾ। ਸਪੋਜ਼ਿੰਗ ਤੁਸੀਂ ਕਿਸੇ ਐਡਮਿਨਿਸਟ੍ਰੇਸ਼ਨ ਦੀ ਜੌਬ ਤੇ ਜਾ ਰਹੇ ਹੋ ਜਾਂ ਏਦਾਂ ਦੀ ਜੌਬ ਤੇ ਜਾ ਰਹੇ ਹੋ ਜਿੱਥੇ ਤੁਸੀਂ ਲੋਕਾਂ ਨਾਲ ਬਹੁਤ ਗੱਲਬਾਤ ਕਰਨੀ ਹੈ ਵਾਟਐਵਰ, ਤੇ ਤੁਹਾਡਾ ਇੰਗਲਿਸ਼ ਲੈਂਗੁਏਜ ਉਹ ਬਹੁਤ ਤਰੀਕੇ ਨਾਲ ਜੱਜ ਕਰਨਗੇ। ਜੇ ਤੁਸੀਂ ਇਦਾਂ ਦੀ ਜੌਬ ਲਈ ਜਾ ਰਹੇ ਹੋ ਜਿੱਥੇ ਤੁਸੀਂ ਬੈਕ ਐਂਡ ਕੰਮ ਕਰਨਾ ਹੈ, ਸੋ ਉਹ ਉਸ ਤਰੀਕੇ ਨਾਲ ਜੱਜ ਕੀਤਾ ਜਾਊਗਾ। ਤਾਂ ਕਰਕੇ ਕਿ ਵੀ ਪਹਿਲਾਂ ਤੁਹਾਨੂੰ ਯੂ ਵਿਲ ਹੈਵ ਟੂ ਗੋ ਥਰੂ ਐਨ ਇੰਟਰਵਿਊ, ਉਹ ਤੋਂ ਬਾਅਦ ਹੂੰ, ਤੁਹਾਨੂੰ ਹੂੰ, ਕਮਿਊਨਿਟੀ ਨੋਮੀਨੇਟ ਕਰਦੀ ਹੈ। ਜਦੋਂ ਤੁਹਾਨੂੰ ਕਮਿਊਨਿਟੀ ਨੋਮੀਨੇਟ ਕਰ ਦਿੰਦੀ ਹੈ ਦੈਨ ਤੁਹਾਡਾ ਸਮਝੋ ਲਾਈਕ ਜਿਹੜਾ ਸੁਪਨਾ ਹੈਗਾ ਕੈਨੇਡਾ ਜਾਣ ਦਾ ਉਹ ਆਲਮੋਸਟ ਪੂਰਾ ਹੋ ਜਾਂਦਾ ਹੈ। ਕਿਉਂਕਿ ਉਹ ਤੋਂ ਬਾਅਦ ਤੁਹਾਡੀ ਵਰਕ ਪਰਮਿਟ, ਜੇ ਤੁਸੀਂ ਜੋ ਕੁਝ ਵੀ ਆਪਣੀ ਐਪਲੀਕੇਸ਼ਨ ਵਿੱਚ ਪਾਇਆ ਸੀਗਾ ਉਹ ਸਾਰਿਆਂ ਦਾ ਤੁਹਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਹੈਗਾ ਹੈ, ਤਾਂ ਤੁਹਾਨੂੰ ਕੋਈ ਕੈਨੇਡਾ ਜਾਣ ਤੋਂ ਰੋਕ ਨਹੀਂ ਸਕਦਾ ਫਿਰ। ਮੈਮ ਇੱਕ ਮੈਨੂੰ ਸਮਝਾਓ ਕਿ ਕਰੋਨਾ ਤੋਂ ਬਾਅਦ ਕੈਨੇਡਾ ਦੇ ਵਿੱਚ ਵਰਕਫੋਰਸ ਦੀ ਕਮੀ ਤਾਂ ਚਾਰੇ ਪਾਸੇ ਰਹੀ ਹੈ, ਪਰ ਖਾਸ ਤੌਰ ਜਦੋਂ ਅਸੀਂ ਹੈਲਥ ਦੇ ਨਾਲ ਰਿਲੇਟਡ ਚੀਜ਼ਾਂ ਦੇਖਦੇ ਹਾਂ ਤਾਂ ਵੀ ਇਸ਼ੂ ਹੀ ਨੇ। ਈਵਨ ਅੰਟਾਰੀਓ ਐਡਾ ਵੱਡਾ ਬਹੁਤ ਪ੍ਰੋਮੀਨੈਂਟ ਪ੍ਰੋਵਿੰਸ ਹੈ ਉਹਨਾਂ ਦਾ, ਉੱਥੇ ਵੀ ਇਸ ਚੀਜ਼ ਨੂੰ ਲੈ ਕੇ ਜਦੋਂ ਮੈਂ ਉੱਥੇ ਸੀ ਤਾਂ ਹੜਤਾਲਾਂ ਜਾਂ ਐਮਰਜੈਂਸੀਜ਼ ਦਾ 24-24 ਘੰਟੇ ਲਈ ਬੰਦ ਹੋ ਜਾਣਾ। ਜਦੋਂ ਇਹਨੂੰ ਅਸੀਂ ਇੰਟਰਨੈਸ਼ਨਲ ਰਿਕਰੂਟਮੈਂਟ ਨਾਲ ਜੋੜਦੇ ਹਾਂ, ਤਾਂ ਇੱਕ ਪ੍ਰੋਗਰਾਮ ਓਲਡ ਏਜ ਹੋਮ ਦਾ ਜਿਹੜਾ ਮੇਰੇ ਖਿਆਲ ਜਨਵਰੀ ਦੇ ਦਿਨਾਂ 'ਚ ਖੁੱਲਦਾ ਹੈ। ਕੇਅਰਗਿਵਰ ਜਿਹੜੇ ਲੋਕ ਨੇ ਜਿਹਨਾਂ ਨੂੰ ਘਰਾਂ ਦੇ ਵਿੱਚ ਕਿਸੇ ਨੇ ਆਪਣਾ ਪਰਸਨਲ ਸਪੋਰਟ ਵਰਕਰ ਚਾਹੀਦਾ ਹੈਗਾ, ਕੀ ਉਹ ਕਦੇ ਵੀ ਕਿਸੇ ਨੂੰ ਬੁਲਾ ਸਕਦਾ ਹੈ? ਕੀ ਇਹਦਾ ਸਕਸੈਸ ਰੇਟ ਹੈ? ਕਿ ਇਹਦੀਆਂ ਸ਼ਰਤਾਂ ਕੀ ਨੇ? ਕੌਣ ਇੰਡੀਆ ਤੋਂ ਜਾ ਸਕਦਾ ਹੈ? ਕਿਵੇਂ ਜਾ ਸਕਦਾ? ਹਾਂਜੀ ਦੇਖੋ, ਜਿਹੜਾ ਇਹ 2 ਪ੍ਰੋਗਰਾਮਸ ਨੇ, ਜਿਹੜਾ ਇੱਕ ਕੇਅਰ ਗਿਵਰ ਪਾਇਲਟ ਪ੍ਰੋਗਰਾਮ ਹੈ, ਇਹਦੇ 2 ਪਾਰਟਸ ਨੇ। ਇੱਕ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਤੇ ਇੱਕ ਹੋਮ ਸਪੋਰਟ ਵਰਕਰ ਪਾਇਲਟ। ਹੋਮ ਹੂੰ, ਚਾਈਲਡ ਕੇਅਰ ਪ੍ਰੋਵਾਈਡਰ ਵਿੱਚ ਤੁਸੀਂ ਜਿਹੜਾ ਵੀ ਬੰਦਾ ਤੁਸੀਂ ਹੋਰ ਕਿਸੇ ਕੰਟਰੀ ਤੋਂ ਕੈਨੇਡਾ 'ਚ ਮੂਵ ਹੁੰਦਾ ਹੈ, ਉਹ ਮੂਵ ਹੁੰਦਾ ਹੈ ਛੋਟੇ ਬੱਚਿਆਂ ਦੀ ਕੇਅਰ ਕਰਨ ਲਈ। ਉਹਨਾਂ ਲੋਕਾਂ ਦੇ ਤਾਂ ਕਿ ਜਿਹੜੇ ਉਹਨਾਂ ਦੇ ਪੇਰੈਂਟਸ ਨੇ, ਉਹ ਆਪਣਾ ਖੁੱਲ ਕੇ ਕੰਮ ਕਰ ਸਕਣ ਤੇ ਕੈਨੇਡਾ ਦੀ ਜਿਹੜੀ ਵਰਕਫੋਰਸ ਹੈ, ਉਹਨੂੰ ਵਧਾ ਸਕਣ। ਤਾਂ ਕਰਕੇ ਇਹ ਓਪਰਚੁਨਿਟੀ ਦਿੱਤੀ ਗਈ ਹੈ ਕਿ ਓਕੇ ਜੇ ਤੁਹਾਡੀ ਇਨਕਮ ਇੱਕ ਪਾਰਟਿਕੂਲਰ ਲੈਵਲ ਤੇ ਹੈਗੀ ਹੈ ਕਿ ਜੇ ਲੋ ਹਸਬੈਂਡ ਵਾਈਫ ਹੈ ਫੈਮਿਲੀ 'ਚ ਜਾਂ ਕੋਈ ਇੱਕ ਮੈਂਬਰ ਵੀ, ਜੇ ਤੁਸੀਂ ਉਨੀ ਕੁ ਇਨਕਮ ਤੁਹਾਡੇ ਕੋਲ ਹੈਗੀ ਹੈ ਤੇ ਤੁਸੀਂ ਆਪ ਵਰਕਿੰਗ ਹੋ ਤੇ ਤੁਹਾਡੇ ਬੱਚੇ ਛੋਟੇ ਨੇ,
ਤੇ ਤੁਸੀਂ ਕਿਸੇ ਵੀ ਫੋਰਨ ਕੰਟਰੀ ਤੋਂ ਆਪਣੇ ਲਈ ਇੱਕ ਕੇਅਰਗਿਵਰ ਮੰਗਾ ਸਕਦੇ ਹੋ। ਤੇ ਉਹਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈਗੀ ਹੈ ਕਿ 10+2 ਤੋਂ ਬਾਅਦ ਤੁਹਾਡੇ ਕੋਲ ਕੋਈ ਵੀ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ, ਤੇ ਇੱਕ ਤੁਹਾਡੇ ਕੋਲ ਆਇਲਸ ਦਾ CLB 5 ਹੋਣਾ ਚਾਹੀਦਾ ਹੈ, ਤੇ ਉਹ ਤੋਂ ਬਾਅਦ ਤੁਹਾਡੇ ਕੋਲ ਜਿਹੜੀ ਵੀ ਤੁਸੀਂ ਕੰਮ ਕਰਨ ਜਾ ਰਹੇ ਹੋ, ਜੇ ਤੁਸੀਂ ਬੱਚਿਆਂ ਦੀ ਕੇਅਰ ਕਰਨ ਲਈ ਜਾ ਰਹੇ ਹੋ ਤਾਂ ਰੈਲੇਵੈਂਟ ਐਕਸਪੀਰੀਅੰਸ ਹੋਣਾ ਚਾਹੀਦਾ ਐਟਲੀਸਟ 1 ਈਅਰ ਦਾ, ਤੇ ਇੱਕ ਤੁਹਾਡੇ ਕੋਲ ਜੌਬ ਆਫਰ ਹੋਣੀ ਚਾਹੀਦੀ ਹੈ ਫਰੋਮ ਐਨ EMPLOYER ਹੂ ਕੁਆਲੀਫਾਈਜ਼। ਸੋ ਇਹ ਹੈਗਾ ਹੈ ਜਿਹੜਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਹੈ। ਉਹਦਾ ਹੀ ਹੋਮ ਸਪੋਰਟ ਵਰਕਰ ਪਾਇਲਟ ਹੁੰਦਾ ਹੈ। ਹੋਮ ਸਪੋਰਟ ਵਰਕਰ ਪਾਇਲਟ ਵਿੱਚ ਤੁਸੀਂ ਐਲਡਰਲੀ ਜਿਹੜੇ ਬਜ਼ੁਰਗ ਨੇ, ਜਾਂ ਫਿਰ ਜਿਹੜੇ ਬੰਦਿਆਂ ਨੂੰ ਕਿਸੇ ਤਰੀਕੇ ਦੀ ਕੋਈ ਹੈਲਥ ਦਾ ਇਸ਼ੂ ਹੈਗਾ ਹੈ, ਉਹਨਾਂ ਦੀ ਕੇਅਰ ਕਰਨ ਲਈ ਜਾਂਦੇ ਹੋ। ਉਹਦਾ ਵੀ ਸੇਮ ਕ੍ਰਾਈਟੇਰੀਆ ਹੈਗਾ ਕਿ ਉਹੀ ਤੁਹਾਡੇ ਕੋਲ 10+2 ਤੋਂ ਬਾਅਦ ਕੋਈ ਡਿਗਰੀ ਡਿਪਲੋਮਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜ਼ਿਆਦਾਤਰ ਨਰਸਿੰਗ ਵਾਲੇ ਲੋਕਾਂ ਲਈ ਇਹ ਬਹੁਤ ਵਧੀਆ ਪ੍ਰੋਗਰਾਮ ਹੈ, ਉਹ ਜਾ ਸਕਦੇ ਆ ਇਨ ਹੋਮ ਸਪੋਰਟ ਵਰਕਰ ਪਾਇਲਟ। ਤੇ ਉਹ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਨੂੰ ਇਵੈਲੂਏਟ ਕੀਤਾ ਜਾਏਗਾ, ਤੇ ਤੁਹਾਨੂੰ ਉਹੀ ਆਇਲਸ ਵਿੱਚ 5 ਬੈਂਡ ਲੈਣੇ ਹੋਣਗੇ। 1 ਸਾਲ ਦਾ ਐਕਸਪੀਰੀਅੰਸ ਹੋਮ ਕੰਟਰੀ 'ਚ ਚਾਹੀਦਾ ਹੈ। ਉਹ ਤੋਂ ਬਾਅਦ ਤੁਸੀਂ ਕੈਨੇਡਾ ਜਾ ਸਕਦੇ ਹੋ। ਹੁਣ ਇਹਦੇ 'ਚ ਇਹ ਨਹੀਂ ਹੈ ਕਿ ਇਹ ਸਾਰਾ ਸਾਲ ਚੱਲਦਾ ਰਹਿੰਦਾ, ਇਹਦੇ 'ਚ ਇੱਕ ਪਾਰਟਿਕੂਲਰ ਨੰਬਰ ਆਫ ਐਪਲੀਕੇਸ਼ਨਸ ਨੇ। 2750 ਐਪਲੀਕੇਸ਼ਨਸ ਜਾਣੀਆਂ ਹੈ ਇੱਕ ਪ੍ਰੋਗਰਾਮ ਲਈ, ਤੇ ਉਹ ਐਪਲੀਕੇਸ਼ਨਸ ਦਾ ਇਦਾਂ ਹੈ ਕਿ ਵੀ ਪਿਛਲੇ ਸਾਲ ਇਹ ਪ੍ਰੋਗਰਾਮ 1 ਜਨਵਰੀ ਨੂੰ ਖੁੱਲਿਆ, ਤੇ ਮੇਰੇ ਖਿਆਲ 16 ਜਾਂ 17 ਜਨਵਰੀ ਨੂੰ 2750 ਐਪਲੀਕੇਸ਼ਨਸ ਪੂਰੀਆਂ ਹੋ ਗਈਆਂ ਸੀਗੀਆਂ ਫॉर ਹੋਮ ਚਾਈਲਡ ਕੇਅਰ ਪ੍ਰੋਵਾਈਡਰ ਲਈ। ਬਟ ਹੋਮ ਸਪੋਰਟ ਵਰਕਰ ਪਾਇਲਟ ਸਾਰਾ ਸਾਲ ਖੁੱਲਿਆ ਰਿਹਾ, ਉਹਨਾਂ ਦੀਆਂ ਐਪਲੀਕੇਸ਼ਨਸ ਪੂਰੀਆਂ ਨਹੀਂ ਹੋਈਆਂ। ਤਾਂ ਕਰਕੇ ਜੇ ਤੁਸੀਂ ਇਸ ਪ੍ਰੋਗਰਾਮ ਲਈ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਵੀ ਆਪਣਾ ਕੰਸਲਟੈਂਟ ਨਾਲ ਗੱਲ ਕਰਕੇ ਜਾਂ ਆਪਣੀ ਐਲੀਜੀਬਿਲਟੀ ਆਪਣੀ ਇਵੈਲੂਏਟ ਕਰਾ ਕੇ ਸਾਡੇ ਆਫਿਸ 'ਚ ਵੀ ਇਵੈਲੂਏਟ ਕਰਾ ਸਕਦੇ ਹੋ। ਐਲੀਜੀਬਿਲਟੀ ਇਵੈਲੂਏਟ ਕਰਾ ਕੇ ਆਪਣੇ ਡਾਕੂਮੈਂਟ ਰੈਡੀ ਕਰ ਲਓ, ਤਾਂ ਕਿ ਜਿਹੜੀਆਂ ਐਪਲੀਕੇਸ਼ਨਸ ਨੇ ਉਹ 1 ਜਨਵਰੀ ਨੂੰ ਪ੍ਰੋਗਰਾਮ ਖੁੱਲਦਾ ਹੈ ਤੇ ਨਾਲ ਦੀ ਨਾਲ ਲਗਾ ਦਿੱਤੀਆਂ ਜਾਣ। ਅਦਰਵਾਈਜ਼ ਤੁਹਾਡਾ ਇਹ ਜਿਹੜਾ ਚਾਂਸ ਹੈਗਾ ਇਸ ਸਾਲ ਮਤਲਬ 2023 ਚ ਜਾਣ ਦਾ ਚਾਂਸ ਖਤਮ ਹੋ ਕੇ ਉਹ ਗੱਲ ਅਗਲੇ ਸਾਲ ਤੇ ਚਲੀ ਜਾਂਦੀ ਹੈ। ਔਰ ਸਕਸੈਸ ਰੇਟ ਦੀ ਗੱਲ ਏਦਾਂ ਹੈ ਕਿ ਵੀ ਥੋੜਾ ਜਿਹਾ ਪ੍ਰੋਗਰਾਮ ਜੇ ਆਪਾਂ ਜਿੱਦਾਂ ਮੈਂ ਆਲਵੇਜ਼ ਮੈਂ ਕਹਿੰਦੀ ਹਾਂ ਕਿ ਵੀ ਮੇਰਾ ਜਿਹੜਾ ਚਲੋ ਇਮੀਗ੍ਰੇਸ਼ਨ ਮੇਰਾ ਪੇਸ਼ਾ ਤਾਂ ਹੈ, ਪਰ ਉਹਦੇ ਨਾਲ ਜੀ, ਨਾਲ ਮੈਂ ਚਾਹੁੰਦੀ ਹਾਂ ਕਿ ਮੈਂ ਸਹੀ ਜਾਣਕਾਰੀ ਵੀ ਲੋਕਾਂ ਨੂੰ ਦੇਵਾਂ। ਇਹ ਪ੍ਰੋਗਰਾਮ ਥੋੜਾ ਸਲੋ ਪ੍ਰੋਗਰਾਮ ਹੈ, ਕਿ ਜਿੱਦਾਂ ਹੁਣ ਅੱਜ ਕੱਲ ਜੇ ਆਪਾਂ ਦੇਖੀਏ ਇਹਦੇ ਚ ਚਲੋ ਇਹ ਪ੍ਰੋਗਰਾਮ ਦਾ ਫਾਇਦਾ ਇਹ ਹੈ ਕਿ ਜਦੋਂ ਤੁਸੀਂ ਮੂਵ ਹੋਣਾ ਹੈ, ਜਦੋਂ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈ ਉਹਨੂੰ ਵਰਕ ਪਰਮਿਟ ਮਿਲਣਾ ਹੈ, ਤੇ ਉਹਦੇ ਨਾਲ ਉਹਦਾ ਜਿਹੜਾ ਡਿਪੈਂਡੈਂਟ ਸਪਾਊਸ ਹੈ ਜਾਂ ਬੱਚੇ ਹੈ, ਉਹਨਾਂ ਨੂੰ ਸਾਰਿਆਂ ਨੂੰ ਮਿਲ ਜਾਣਾ। ਸੋ ਯੂ ਕੈਨ ਮੂਵ ਇਨ ਐਜ਼ ਅ ਫੈਮਿਲੀ, ਸਾਰੇ ਜਣੇ ਐਜ਼ ਅ ਫੈਮਿਲੀ ਜਾਣਗੇ ਉੱਥੇ। 2 ਸਾਲ ਦਾ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆਪਣਾ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰੂਗਾ, ਉਹ ਤੋਂ ਬਾਅਦ ਉਹਨਾਂ ਦੀ PR ਦੀ ਫਾਈਲ ਲੱਗਦੀ ਹੈ। ਹੂੰ, ਪਰ ਜਿਹੜਾ ਵਰਕ ਪਰਮਿਟ ਆਣਾ ਹੈ ਉਹਨੂੰ ਹੀ ਬਹੁਤ ਟਾਈਮ ਲੱਗਦਾ ਹੈ, ਉਹਨੂੰ ਆਲਮੋਸਟ ਤੁਸੀਂ ਲਾ ਲਓ ਕਿ ਸਾਲ ਲੱਗ ਜਾਂਦਾ ਹੈ। ਤੇ ਇਹਦੇ ਕਰਕੇ ਵੀ ਚਲੋ ਇਹ ਪ੍ਰੋਗਰਾਮ ਦੀ ਜਿਹੜਾ ਇਹਦੀ ਸਪੀਡ ਹੈ ਨਾ ਉਹ ਸਲੋ ਹੈ। ਅਦਰਵਾਈਜ਼ ਪ੍ਰੋਗਰਾਮ ਇਹ ਬੜਾ ਇੰਟਰਸਟਿੰਗ ਹੈ, ਕਿਉਂਕਿ ਜ਼ਿਆਦਾਤਰ ਲੋਕ ਚਾਹੁੰਦੇ ਹੁੰਦੇ ਆ ਕਿ ਵੀ ਅਸੀਂ ਐਜ਼ ਅ ਫੈਮਿਲੀ ਮੂਵ ਕਰਨਾ ਹੈ, ਤੇ ਜੇ ਤੁਸੀਂ ਆਪਣੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ, ਇੰਨੀ ਐਜੂਕੇਸ਼ਨ ਦੀ ਵੀ ਰਿਕੁਆਇਰਮੈਂਟ ਨਹੀਂ ਹੈ, ਆਇਲਸ ਦੀ ਵੀ ਇੰਨੀ ਰਿਕੁਆਇਰਮੈਂਟ ਨਹੀਂ ਹੈ, ਤਾਂ ਸਾਰੀ ਫੈਮਿਲੀ ਇਕੱਠੇ ਮੂਵ ਕਰ ਸਕਦੀ ਹੈ। ਤਾਂ ਕਰਕੇ ਮੈਂ ਲੋਕ ਜਿਹੜੇ ਵੀ ਜਿੱਦਾਂ ਫॉर ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਉਹ ਜ਼ਿਆਦਾਤਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਕੋਲ ਸਪੋਜ਼ਿੰਗ B.Ed ਐਜੂਕੇਸ਼ਨ ਹੈ, ਉਹਨਾਂ ਨੇ ਨੈਨੀ ਦਾ ਕੋਰਸ ਕੀਤਾ ਹੋਇਆ ਹੈ, ਤੇ ਉਹ ਤੋਂ ਬਾਅਦ ਉਹਨਾਂ ਕੋਲ ਕਿਸੇ ਸਕੂਲ ਦਾ ਐਕਸਪੀਰੀਅੰਸ ਹੈ, ਕਿੰਡਰਗਾਰਟਨ ਦਾ ਐਕਸਪੀਰੀਅੰਸ ਹੈ, ਉਹ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਲਈ ਬਹੁਤ ਵਧੀਆ ਕੈਂਡੀਡੇਟ ਬਣਦੇ ਨੇ। ਜੀ। ਸਿਮਿਲਰਲੀ ਹੋਮ ਸਪੋਰਟ ਵਰਕਰ ਲਈ ਉਹੀ ਜਿੱਦਾਂ ਮੈਂ ਪਹਿਲਾਂ ਦੱਸਿਆ ਨਰਸਿੰਗ ਵਾਲੇ, ਉਹਨਾਂ ਕੋਲ ਕਿਸੇ ਹਸਪੀਟਲ ਦਾ ਐਕਸਪੀਰੀਅੰਸ ਹੋਵੇ ਜਿਹੜਾ ਜਿਹੜਾ ਕਿ ਉਹਦੇ ਲਈ ਰੈਲੇਵੈਂਟ ਐਕਸਪੀਰੀਅੰਸ ਮੰਨਿਆ ਜਾਂਦਾ ਹੈ। ਸੋ ਹੂੰ, 1 ਜਨਵਰੀ ਤੋਂ ਪ੍ਰੋਗਰਾਮ ਖੁੱਲਣਾ ਹੈ, ਤੇ ਜੇ ਕੋਈ ਬੰਦਾ ਕੁਆਲੀਫਾਈ ਕਰਦਾ ਹੈ, ਤੁਸੀਂ ਆਪਣੇ ਡਾਕੂਮੈਂਟਸ ਇਵੈਲੂਏਟ ਕਰਾ ਕੇ ਪ੍ਰੋਗਰਾਮ ਲਈ ਜਾ ਸਕਦੇ ਹੋ। 1 ਜਨਵਰੀ ਤੋਂ ਹੁਣ ਹੋਮ ਸਪੋਰਟ ਵਰਕਰ ਖੁੱਲੇਗਾ ਜਾਂ ਚਾਈਲਡ ਕੇਅਰ ਵਾਲਾ ਖੁੱਲੇਗਾ? ਨਹੀਂ ਜੀ, ਐਪਲੀਕੇਸ਼ਨ ਜਿੱਦਾਂ ਨਵਾਂ ਪ੍ਰੋਗਰਾਮ ਹਰ ਸਾਲ ਸਟਾਰਟ ਕੀਤਾ ਜਾਂਦਾ 1 ਜਨਵਰੀ ਤੋਂ, ਕਿ ਹੁਣ ਪ੍ਰੋਗਰਾਮ ਅਸੀਂ ਐਪਲੀਕੇਸ਼ਨਸ ਲੈਣੀਆਂ ਐਕਸੈਪਟ ਕਰ ਰਹੇ ਹਾਂ। ਉਹਦਾ ਕਾਰਨ ਸਿਰਫ ਇਹ ਹੈ ਕਿ ਵੀ ਖੁੱਲਣਗੇ ਤਾਂ ਦੋਨੋਂ ਪ੍ਰੋਗਰਾਮ, ਪਰ ਜਿਹੜਾ ਹੂੰ, ਹੋਮ ਚਾਈਲਡ ਕੇਅਰ ਪ੍ਰੋਵਾਈਡਰ ਹੈ ਉਹ ਸਮਝੋ 10-15 ਦਿਨ ਚ ਫੁੱਲ ਹੋ ਜਾਂਦਾ। ਮੇਬੀ ਉਹਦਾ ਕਾਰਨ ਇਹ ਹੈਗਾ ਕਿ ਵੀ ਜ਼ਿਆਦਾਤਰ ਲੋਕ ਇਦਾਂ ਦੇ ਹੈਗੇ ਜਿਹੜੇ ਸਪੋਜ਼ਿੰਗ ਇੱਕ ਕਪਲ ਹੈ, ਹਸਬੈਂਡ ਵਾਈਫ ਹੈ, ਉਹ ਕੰਮ ਕਰ ਰਹੇ ਨੇ ਤੇ ਉਹਨਾਂ ਕੋਲ ਛੋਟੇ ਬੱਚੇ ਹੈਗੇ ਹੈ, ਤੇ ਉਹਨਾਂ ਨੂੰ ਲੋੜ ਹੈਗੀ ਕੈਨੇਡਾ ਚ ਬਿਕੋਜ਼ ਵਰਕ ਕਲਚਰ ਹੈ ਕਿ ਆ ਕੇ ਸਾਡੇ ਬੱਚਿਆਂ ਦੀ ਕੋਈ ਕੇਅਰ ਕਰੇ। ਜਿਹੜਾ ਹੋਮ ਸਪੋਰਟ ਵਰਕਰ ਪਾਇਲਟ ਹੈ ਉਹਦੇ ਲਈ ਜਿਹੜੇ EMPLOYER ਦੀ ਰਿਕੁਆਇਰਮੈਂਟ ਹੈ ਉਹ ਨਹੀਂ ਪੂਰੀ ਹੁੰਦੀ, ਕਿ ਨਾਟ ਐਵਰੀਬਡੀ ਹੈਜ਼ ਐਲਡਰਲੀ ਪੇਰੈਂਟਸ ਔਰ ਸਮਬਡੀ ਹੂ ਇਜ਼ ਨਾਟ ਵੈਲ ਐਟ देयर ਪਲੇਸ। ਤਾਂ ਕਰਕੇ ਉਹ ਹੋਮ ਸਪੋਰਟ ਵਰਕਰ ਪਾਇਲਟ ਦੀਆਂ 2750 ਐਪਲੀਕੇਸ਼ਨਸ ਪੂਰੀਆਂ ਹੀ ਨਹੀਂ ਹੋਈਆਂ ਇਸ ਸਾਲ ਵੀ, ਉਹ ਅਜੇ ਤੱਕ ਵੀ ਹੂੰ, ਹੂੰ। ਖੁੱਲਾ ਹੈ। ਜੇ ਕੋਈ ਬੰਦਾ ਅੱਜ ਵੀ ਚਾਹੇ ਤੇ ਆਪਣੀ ਐਪਲੀਕੇਸ਼ਨ ਲਾ ਸਕਦਾ ਉਹਦੇ ਚ। ਠੀਕ ਓਕੇ। ਹੈ, ਪਰ ਹੋਮ ਮੈਂ ਚਾਈਲਡ ਕੇਅਰ ਹਾਂਜੀ। ਕਾਫੀ ਸਾਰੇ ਸਵਾਲ ਇੰਪੋਰਟੈਂਟ ਸੀਗੇ ਅੱਜ, ਜਿਵੇਂ ਕਿ ਟਰੱਕਿੰਗ ਨੂੰ ਲੈ ਕੇ, ITIs ਨੂੰ ਲੈ ਕੇ,
ਆਈਟੀ ਸੈਕਟਰ ਨੂੰ ਲੈ ਕੇ, ਬੀ-ਟੈਕ ਨੂੰ ਲੈ ਕੇ, ਹੋਰ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਟ੍ਰੇਡ ਨਾਲ ਰਿਲੇਟਡ ਜਿਹੜੇ ਪੰਜਾਬ ਤੋਂ ਸਾਨੂੰ ਪੁੱਛਦੇ ਨੇ ਕਿ ਸਾਡੇ ਬਾਰੇ ਸਵਾਲ ਪੁੱਛੋ। ਅਗਲੇ ਹਫ਼ਤੇ ਵਾਅਦਾ ਰਿਹਾ ਕਿ ਇਹ ਚੀਜ਼ਾਂ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ੁਕਰੀਆ ਮੈਮ, ਤੁਸੀਂ ਸਾਡੇ ਨਾਲ ਜੁੜੇ, ਤੁਹਾਨੂੰ ਸਵੇਰੇ-ਸਵੇਰੇ ਜਗਾਇਆ, ਤੁਸੀਂ ਜਾਣਕਾਰੀ ਸਾਂਝੀ ਕੀਤੀ, ਸ਼ੁਕਰੀਆ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਥੈਂਕ ਸਰ। ਯੂ ਮੈਮ।